My dear students of 8th class, today we are going to discuss the third lesson of the book, The Aged Mother, Buddhi Ma. So, here is the third lesson. Activity 1. Look up the following words in a dictionary. You should seek the following information about the words and put them in your word notebooks. ਤਾਂ ਬੱਚਿਓ ਕੁਛ ਵਰਡ ਤੁਹਾਨੂੰ ਦਿੱਤੇ ਗਏ ਆ ਹਰ ਲੈਸਨ ਦੇ ਵਿੱਚ ਸਟਾਰਟਿੰਗ ਦਿੱਤੇ ਹੁੰਦੇ ਆ ਤੁਸੀਂ ਡਿਕਸ਼ਨਰੀ 'ਚੋਂ ਦੇਖਣਾ ਆ ਅਤੇ ਆਪਣੀ ਨੋਟਬੁੱਕ 'ਤੇ ਲਿਖਣੇ ਆ ਕੀ ਲਿਖਣਾ ਆ ਮੀਨਿੰਗ ਆਫ ਦਾ ਵਰਡ ਐਜ਼ ਯੂਜ਼ਡ ਇਨ ਦਾ ਲੈਸਨ ਐਡਜੈਕਟਿਵ ਨਾਊਨ ਵਰਬ ਐਕਸਟਰਾ ਤੁਸੀਂ ਉਹਦਾ ਮੀਨਿੰਗ ਲਿਖਣਾ ਆ ਪੰਜਾਬੀ 'ਚ ਜਾਂ ਜਿੱਦਾਂ ਵੀ ਤੁਹਾਨੂੰ ਹਿੰਦੀ 'ਚ ਜੋ ਤੁਹਾਨੂੰ ਵਧੀਆ ਲੱਗਦਾ ਫਿਰ ਇਹ ਦੱਸਣਾ ਵੀ ਕੀ ਉਹ ਐਡਜੈਕਟਿਵ ਆ ਨਾਊਨ ਆ ਕਿ ਵਰਬ ਆ ਫਿਰ ਪ੍ਰੋਨੰਸੀਏਸ਼ਨ ਇਹ ਤੁਸੀਂ ਮੋਬਾਈਲ ਤੋਂ ਵੀ ਦੇਖ ਸਕਦੇ ਹੋ ਆਪ ਵੀ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਬੋਲ ਕੇ ਦੱਸਣਾ ਆ ਅਤੇ ਤੁਸੀਂ ਉਸ ਤੋਂ ਵੀ ਨੋਟ ਕਰ ਸਕਦੇ ਹੋ ਜਾਂ ਬਾਅਦ 'ਚ ਵੀ ਪੁੱਛ ਸਕਦੇ ਹੋ ਥਰਡ ਹੈ ਸਪੈਲਿੰਗ ਵੀ ਤੁਸੀਂ ਬੱਚੇ ਉਹਦੇ ਯਾਦ ਕਰਨੇ ਤਾਂ ਕਿ ਤੁਹਾਨੂੰ ਜਿਹੜਾ ਫਿਊਚਰ ਵਿੱਚ ਕੋਈ ਮੁਸ਼ਕਲ ਨਾ ਆਵੇ ਤਾਂ ਵਰਡ ਹੈਗੇ ਆ ਡੈਸਪੋਟਿਕ ਹੁੰਦਾ ਤਾਨਾਸ਼ਾਹ ਜਿਹੜਾ ਧੱਕੇ ਨਾਲ ਰਾਜਾ ਬਣਿਆ ਹੁੰਦਾ ਆਪਣੀ ਮਰਜ਼ੀ ਕਰਦਾ ਕੋਈ ਕਾਨੂੰਨ ਨਹੀਂ ਜੋ ਵੀ ਹੈ ਉਹੀ ਹੁੰਦਾ ਹੰਬਲ ਹੁੰਦਾ ਨਰਮ ਸੁਭਾਅ ਵਾਲਾ ਵਿਅਕਤੀ ਨਿਮਰ ਰੀਡਿੰਗ ਪੜ੍ਹਨਾ ਸੁਜੈਸਟਿਵ ਸੁਝਾਅ ਰੈਕਲੈਸ ਲਾਪਰਵਾਹੀ ਫੇਲਿੰਗ ਅਸਫਲ ਸਨੈਪਡ ਤੋੜਨਾ ਝਪਟਣਾ ਕਈ ਵਰਡ ਲਈ ਯੂਜ਼ ਹੁੰਦਾ ਪਰ ਇੱਥੇ ਤੋੜਨ ਲਈ ਯੂਜ਼ ਹੋਇਆ ਪ੍ਰੋਂਪਟਡ ਪ੍ਰੇਰਿਤ ਕੀਤਾ ਹੈਸਟਨ ਜਲਦੀ ਕਾਹਲੀ ਵਿੱਚ ਬਾਰਬਰਸ ਵਹਿਸ਼ੀ ਹੁੰਦਾ ਜਿਹੜਾ ਬੰਦਾ ਬਹੁਤ ਜ਼ਾਲਮ ਹੋਵੇ ਜ਼ੁਲਮ ਬਹੁਤ ਕਰਦਾ ਹੋਵੇ ਲੋਕਾਂ 'ਤੇ ਬਲੇਜ਼ ਹੁੰਦਾ ਅੱਗ ਦੀਆਂ ਲਪਟਾਂ ਜਾਂ ਅੱਗ ਨੂੰ ਕਹਿ ਸਕਦੇ ਹਾਂ ਬਲੇਜ਼ ਚਮਕਣ ਨੂੰ ਵੀ ਕਹਿ ਦਿੰਦੇ ਆ ਅਬੈਂਡਨਿੰਗ ਤਿਆਗਣਾ ਮਤਲਬ ਕਿ ਸੰਸਾਰਿਕ ਕੰਮਾਂ ਤੋਂ ਦੂਰ ਕਰ ਦੇਣਾ ਯਾਨੀ ਕੋਈ ਚੀਜ਼ ਛੱਡ ਦੇਣਾ ਐਬੋਲਿਸ਼ ਖਤਮ ਵਿਡੋਡ ਵਿਧਵਾ ਹੁੰਦਾ ਜਿਹਦਾ ਹਸਬੈਂਡ ਮਰ ਗਿਆ ਹੁੰਦਾ ਉਹਨੂੰ ਆਪਾਂ ਵਿਡੋਡ ਕਹਿੰਦੇ ਫਰੇਲਟੀ ਮੋਟਾ ਤਾਂ ਕੁਛ ਵਰਡ ਸੀਗੇ ਜਿਨ੍ਹਾਂ ਦਾ ਜਾਣਨਾ ਤੁਹਾਨੂੰ ਜ਼ਰੂਰੀ ਆ ਅੱਗੇ ਆਪਣਾ ਲੈਸਨ ਸ਼ੁਰੂ ਹੁੰਦਾ ਆ long ago there was a province in Japan called Shining. It was governed by a despotic leader. He was a good warrior, but he had a great dislike for anything suggestive of failing health and strength. This prompted him to make a cruel law for the province. The entire province was given strict order to immediately put all the aged people to death. ਸੋ ਬੱਚੇ ਇਸ ਤਰ੍ਹਾਂ ਕਹਾਣੀ ਸ਼ੁਰੂ ਹੁੰਦੀ ਆ ਵੀ ਬਹੁਤ ਲੰਮਾ ਸਮਾਂ ਪਹਿਲਾਂ ਜਾਪਾਨ ਵਿੱਚ ਇੱਕ ਪ੍ਰਾਂਤ ਸੀ ਜਿਸ ਨੂੰ ਸ਼ਾਈਨਿੰਗ ਕਿਹਾ ਜਾਂਦਾ ਸੀ ਇਸ ਦਾ ਇੱਕ ਤਾਨਾਸ਼ਾਹ ਆਗੂ ਸੀ ਜਿਹੜਾ ਸ਼ਾਸਨ ਕਰਦਾ ਸੀ ਉਹ ਇੱਕ ਚੰਗਾ ਯੋਧਾ ਸੀ ਪਰ ਸਿਹਤ ਅਤੇ ਤਾਕਤ ਦੇ ਅਸਫਲ ਰਹਿਣ ਦੇ ਕਿਸੇ ਵੀ ਸੁਝਾਅ ਨੂੰ ਉਹ ਨਾਪਸੰਦ ਕਰਦਾ ਸੀ ਯਾਨੀ ਕੋਈ ਵੀ ਵਿਅਕਤੀ ਜੇਕਰ ਉਹਦੀ ਸਿਹਤ ਨਹੀਂ ਠੀਕ ਹੈਗੀ ਜਾਂ ਉਹ ਆਪਣੇ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰ ਪਾ ਰਿਹਾ ਕਮਜ਼ੋਰ ਆ ਤਾਂ ਇਹ ਚੀਜ਼ ਉਹਨੂੰ ਪਸੰਦ ਨਹੀਂ ਸੀ ਇਸ ਨਾਲ ਉਸ ਨੂੰ ਸੂਬੇ ਵਿੱਚ ਉਸਨੇ ਇੱਕ ਜ਼ਾਲਮ ਕਾਨੂੰਨ ਬਣਾਇਆ ਸਮੁੱਚੇ ਪ੍ਰਾਂਤ ਦੇ ਸਾਰੇ ਬਜ਼ੁਰਗ ਲੋਕਾਂ ਨੂੰ ਤੁਰੰਤ ਮੌਤ ਦੇ ਘਾਟ ਉਤਾਰਨ ਦੇ ਸਖਤ ਆਦੇਸ਼ ਦਿੱਤੇ ਗਏ ਯਾਨੀ ਉਹਨੇ ਇੱਕ ਕਾਨੂੰਨ ਬਣਾ ਤਾ ਵੀ ਜਿੰਨੇ ਵੀ ਬੁੱਢੇ ਲੋਕ ਆ ਉਹਦੇ ਇਲਾਕੇ 'ਚ ਰਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਵੇ ਕਿਉਂਕਿ ਉਸ ਨੂੰ ਕਮਜ਼ੋਰ ਆਦਮੀ ਪਸੰਦ ਨਹੀਂ ਸੀ Those were barbarous days and the custom of abandoning old people to die was not uncommon. In the same province lived a poor farmer and his aged widowed mother at the foot of the mountain. They owned a bit of land which supplied them with food. ਉਹ ਵਹਿਸ਼ੀ ਦਿਨ ਸਨ ਯਾਨੀ
ਜ਼ੁਲਮ ਕਰਨ ਵਾਲੇ ਦਿਨ ਸਨ। ਬੁੱਢੇ ਲੋਕਾਂ ਨੂੰ ਮਰਨ ਲਈ ਛੱਡਣ ਦਾ ਰਿਵਾਜ ਅਸਾਧਾਰਨ ਨਹੀਂ ਸੀ। ਯਾਨੀ ਇਹ ਕੰਮ ਪਹਿਲਾਂ ਵੀ ਹੁੰਦਾ ਸੀ, ਇਹ ਕੋਈ ਨਵਾਂ ਨਹੀਂ ਸੀ। ਉਸ ਪ੍ਰਾਂਤ ਵਿੱਚ ਇੱਕ ਗਰੀਬ ਕਿਸਾਨ ਸੀ ਅਤੇ ਉਸ ਦੀ ਬੁੱਢੀ ਵਿਧਵਾ ਮਾਂ ਪਹਾੜ ਦੇ ਹੇਠਾਂ ਰਹਿੰਦੀ ਸੀ। ਪਹਾੜ ਦੇ ਹੇਠਾਂ ਯਾਨੀ ਜਿੱਥੇ ਪਹਾੜ ਖਤਮ ਹੁੰਦਾ ਉੱਥੇ ਉਹਦਾ ਘਰ ਸੀ। ਉਹਨਾਂ ਕੋਲ ਥੋੜ੍ਹੀ ਜਿਹੀ ਜ਼ਮੀਨ ਸੀ ਜੋ ਉਹਨਾਂ ਨੂੰ ਭੋਜਨ ਪ੍ਰਦਾਨ ਕਰਦੀ ਸੀ। ਯਾਨੀ ਥੋੜ੍ਹੀ ਜ਼ਮੀਨ ਸੀ, ਉੱਥੇ ਖੇਤੀਬਾੜੀ ਕਰਕੇ ਉਹ ਆਪਣਾ ਖਾਣ ਪੀਣ ਦਾ ਗੁਜ਼ਾਰਾ ਕਰਦੇ ਸੀ। ਦੇ ਵਰ ਹੰਬਲ, ਪੀਸਫੁਲ ਐਂਡ ਹੈਪੀ। The poor farmer loved his aged mother and dealt with her very tenderly. The order by the despot filled his heart with sorrow. Sorrow ਹੁੰਦਾ ਦੁੱਖ। Other people did not think twice about obeying the order of the governor, but this farmer was very unhappy. However, he had to obey the orders, so the farmer prepared for what at that time was considered the kindest way of death. ਉਹ ਨਿਮਰ, ਸ਼ਾਂਤਮਈ ਅਤੇ ਖੁਸ਼ ਸਨ। ਗਰੀਬ ਕਿਸਾਨ ਆਪਣੀ ਬੁੱਢੀ ਮਾਂ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦਾ ਸੀ। ਤਾਨਾਸ਼ਾਹ ਦੁਆਰਾ ਦਿੱਤੇ ਗਏ ਆਦੇਸ਼ ਨੇ ਉਹਨਾਂ ਦੇ ਦਿਲ ਨੂੰ ਉਦਾਸੀ ਨਾਲ ਭਰ ਦਿੱਤਾ ਸੀ। ਦੂਜੇ ਲੋਕਾਂ ਨੇ ਰਾਜਪਾਲ ਦੇ ਆਦੇਸ਼ ਨੂੰ ਮੰਨਣ ਬਾਰੇ ਦੋ ਵਾਰ ਵੀ ਨਹੀਂ ਸੋਚਿਆ। ਯਾਨੀ ਉਹਨਾਂ ਨੇ ਸੋਚਿਆ ਨਹੀਂ, ਜੋ ਉਹਨਾਂ ਨੂੰ ਆਦੇਸ਼ ਦਿੱਤਾ ਉਹਨੇ ਫਟਾਫਟ ਉਹ ਕਰਤਾ। ਪਰ ਇਹ ਕਿਸਾਨ ਬਹੁਤ ਨਾਖੁਸ਼ ਸੀ। ਇਹ ਨਾਖੁਸ਼ ਸੀ ਕਿਉਂਕਿ ਇਹ ਉਸ ਆਦੇਸ਼ ਨੂੰ ਮੰਨਣਾ ਨਹੀਂ ਚਾਹੁੰਦਾ ਸੀ, ਆਪਣੀ ਮਾਂ ਨੂੰ ਇਹ ਮਾਰਨਾ ਨਹੀਂ ਚਾਹੁੰਦਾ ਸੀ। ਹਾਲਾਂਕਿ ਉਸ ਨੂੰ ਹੁਕਮ ਦੀ ਪਾਲਣਾ ਕਰਨੀ ਪਈ, ਇਸ ਲਈ ਕਿਸਾਨ ਉਸ ਸਮੇਂ ਲਈ ਤਿਆਰ ਸੀ ਜੋ ਉਸ ਸਮੇਂ ਮੌਤ ਦਾ ਸਭ ਤੋਂ ਦਿਆਲੂ ਤਰੀਕਾ ਮੰਨਿਆ ਜਾਂਦਾ ਸੀ। ਤਾਂ ਉਹਨੇ ਸਭ ਤੋਂ ਸੌਖਾ ਤਰੀਕਾ ਲੱਭਿਆ ਵੀ ਕਿਸ ਤਰੀਕੇ ਨਾਲ ਜਿਹੜਾ ਆ ਮਾਂ ਨੂੰ ਮੌਤ ਦਿੱਤੀ ਜਾ ਸਕਦੀ ਆ। ਐਟ ਸਨਸੈਟ, when his day's work ended, he took some unwhitened rice, which was the main food for the poor, and cooked it, dried it, and tied it in a cloth, which he swung in a bundle around his neck, along with a pot filled with cool water. Then he lifted his helpless old mother on his back and started on his painful journey up the mountain. ਸੂਰਜ ਡੁੱਬਣ 'ਤੇ ਜਦੋਂ ਉਸਦੇ ਦਿਨ ਦਾ ਕੰਮ ਖਤਮ ਹੋ ਗਿਆ, ਉਸਨੇ ਕੁਝ ਚਾਵਲ ਲਏ ਜੋ ਚਿੱਟੇ ਨਹੀਂ ਸੀ, ਜੋ ਗਰੀਬਾਂ ਲਈ ਮੁੱਖ ਭੋਜਨ ਸੀ। ਇਸ ਨੂੰ ਪਕਾਇਆ, ਇਸ ਨੂੰ ਸੁਕਾਇਆ, ਇਸ ਨੂੰ ਇੱਕ ਕੱਪੜੇ ਵਿੱਚ ਬੰਨ੍ਹਿਆ, ਜਿਸ ਨੂੰ ਉਸਨੇ ਆਪਣੀ ਗਰਦਨ ਦੇ ਦੁਆਲੇ ਇੱਕ ਬੰਡਲ ਵਿੱਚ ਠੰਡੇ ਪਾਣੀ ਨਾਲ ਭਰ ਲਿਆ। ਯਾਨੀ ਇੱਕ ਪਾਸੇ ਉਹਨੇ ਚੌਲ ਰੱਖ ਲਏ, ਇੱਕ ਪਾਸੇ ਉਹਨੇ ਪਾਣੀ ਰੱਖ ਲਿਆ। ਫਿਰ ਉਸਨੇ ਆਪਣੀ ਬੇਵਸ ਬੁੱਢੀ ਮਾਂ ਨੂੰ ਆਪਣੀ ਪਿੱਠ 'ਤੇ ਚੁੱਕਿਆ ਅਤੇ ਪਹਾੜ ਉੱਤੇ ਆਪਣੀ ਦਰਦਨਾਕ ਯਾਤਰਾ ਸ਼ੁਰੂ ਕੀਤੀ। ਯਾਨੀ ਪਹਾੜ ਵੱਲ ਨੂੰ ਉੱਪਰ ਚੜ੍ਹਨਾ ਸ਼ੁਰੂ ਕੀਤਾ ਉਹਨੇ, ਕਿਉਂਕਿ ਰਾਜੇ ਦਾ ਆਦੇਸ਼ ਸੀਗਾ ਵੀ ਜਿੰਨੇ ਵੀ ਬੁੱਢੇ ਲੋਕ ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇ ਅਤੇ ਆਦੇਸ਼ ਮੰਨਣਾ ਹੀ ਪੈਣਾ ਸੀਗਾ। ਤਾਂ ਉਹਨੇ ਸਭ ਤੋਂ ਸੌਖਾ ਤਰੀਕਾ ਲੱਭਾ ਵੀ ਉੱਪਰ ਪਹਾੜ 'ਤੇ ਜਾ ਕੇ ਉਹਨੂੰ ਛੱਡ ਦਿੱਤਾ ਜਾਵੇ, ਤਾਂ ਕਿ ਆਪੇ ਉਹ ਕੁਛ ਦਿਨਾਂ ਦੇ ਵਿੱਚ ਉਹ ਮਰ ਜਾਵੇਗੀ। The road was long and steep. The narrow road was crossed and recrossed by many paths made by the hunter and the woodcutters. Woodcutters ਹੁੰਦਾ ਲੱਕੜਾਂ ਕੱਟਣ ਵਾਲੇ, hunter ਹੁੰਦਾ ਸ਼ਿਕਾਰੀ, ਜਿਹੜੇ ਸ਼ਿਕਾਰ ਕਰਦੇ ਆ। At some places they got lost and confused, but he did not think about it. ਸੜਕ ਲੰਬੀ ਅਤੇ ਖੜੀ ਸੀ। ਖੜੀ ਮਤਲਬ ਕਿ ਤਿੱਖੀ ਸੀ, ਕਿਉਂਕਿ ਪਹਾੜ ਨੂੰ ਉੱਪਰ ਨੂੰ ਚੜ੍ਹਦੇ ਪਏ ਸੀ ਨਾ। ਤੰਗ ਸੜਕ ਨੂੰ ਸ਼ਿਕਾਰੀਆਂ ਅਤੇ ਲੱਕੜ ਕੱਟਣ ਵਾਲਿਆਂ ਦੁਆਰਾ ਬਣਾਏ ਗਏ ਬਹੁਤ ਸਾਰੇ ਮਾਰਗਾਂ ਨੂੰ ਉਹਨਾਂ ਨੇ ਪਾਰ ਕੀਤਾ। ਫਿਰ ਕੁਛ ਹੋਰ ਰਸਤੇ ਪਾਰ ਕੀਤੇ। ਕੁਛ ਥਾਵਾਂ 'ਤੇ ਉਹ ਗੁੰਮ ਗਏ, ਯਾਨੀ ਗਵਾਚ ਗਏ, ਉਹਨਾਂ ਨੂੰ ਰਾਹ ਨਹੀਂ ਲੱਭਣ ਦਿਆ ਸੀ ਜਿੱਥੇ ਜਾਣਾ ਸੀ ਉੱਥੇ ਜਾਣ ਵਾਸਤੇ। ਉਲਝਣ ਵਿੱਚ ਪੈ ਗਏ, ਪਰ ਉਸਨੇ ਇਸ ਬਾਰੇ ਕੁਛ ਨਹੀਂ ਸੋਚਿਆ। ਉਹਦਾ ਮਨ ਦੁਖੀ ਬਹੁਤ ਸੀਗਾ ਕਿਸਾਨ ਦਾ, ਉਹਦੇ ਮਨ 'ਚ ਮਾੜੇ ਖਿਆਲ ਆ ਰਹੇ ਸੀ। ਹੀ ਵਾਜ਼ ਅਬਾਊਟ ਟੂ ਅਬੈਂਡਨ ਹੁੰਦਾ ਤਿਆਗਣਾ ਜਾਂ ਆਪਣੇ ਤੋਂ ਦੂਰ ਕਰ ਦੇਣਾ, ਛੱਡ ਦੇਣਾ। ਹਿਜ਼ ਡੀਅਰ ਮਦਰ, ਸੋ ਇਟ ਡਿਡ ਨਾਟ ਮੈਟਰ ਵਿਚ ਪਾਥ ਹੀ ਟੁਕ ਟੂ ਰੀਚ ਦ ਮਾਊਂਟੇਨ ਟੋਪ। On he went,
being blindly upward, ever upward toward the high bare summit known Obetsuyama. Obetsuyama ਪਤਾ ਬੱਚੋ ਇੱਕ ਪਹਾੜ ਦਾ ਨਾਂ ਆ। The mountain where the east were abandoned, ਇਹ ਉਸ ਕਰਕੇ ਪ੍ਰਸਿੱਧ ਸੀ ਵੀ ਇੱਥੇ ਜਿਹੜੇ ਆ ਬੁੱਢੇ ਲੋਕਾਂ ਨੂੰ ਛੱਡਿਆ ਜਾਂਦਾ ਹੈ। ਉਹ ਆਪਣੀ ਪਿਆਰੀ ਮਾਂ ਨੂੰ ਤਿਆਗਣ ਜਾ ਰਿਹਾ ਸੀ, ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਉਸਨੇ ਪਹਾੜ ਦੀ ਚੋਟੀ 'ਤੇ ਪਹੁੰਚਣ ਲਈ ਕਿਹੜਾ ਰਾਹ ਅਪਣਾਇਆ। ਜਦੋਂ ਉਹ ਚਲਿਆ ਗਿਆ ਤਾਂ ਉਸ ਨੇ ਅੰਨ੍ਹੇਵਾਹ ਉੱਪਰ ਵੱਲ ਨੂੰ ਉਸ ਨੂੰ ਚੁੱਕਿਆ ਅਤੇ ਉੱਚ ਪੱਧਰੀ ਸਿਖਰ ਬੈਟਸਿਓਮਾ ਪਹਾੜ ਜਿੱਥੇ ਬੁੱਢਿਆਂ ਨੂੰ ਛੱਡਿਆ ਜਾਂਦਾ ਸੀਗਾ ਉਸ ਵੱਲ ਗਿਆ। ਯਾਨੀ ਉਹ ਅੰਨ੍ਹੇਵਾਹ ਤੁਰਿਆ ਜਾ ਰਿਹਾ ਸੀਗਾ, ਉਹਦਾ ਧਿਆਨ ਜਿਹੜਾ ਰਸਤੇ ਵੱਲ ਨਹੀਂ ਸੀ ਵੀ ਕਿੱਦਾਂ ਕਿਹੜੇ ਰਸਤੇ ਜਾ ਰਿਹਾ ਆ, ਉਹਦਾ ਧਿਆਨ ਜਿਹੜਾ ਸਿਰਫ ਇਹ ਸੀਗਾ ਵੀ ਮੈਂ ਆਪਣੀ ਮਾਂ ਨੂੰ ਛੱਡਣ ਜਾ ਰਿਹਾ ਆ, ਦੁਖੀ ਸੀ। The eyes of the old mother were not so dim that they could not notice the reckless hastening from one part to another, and her loving heart grew anxious. Her son did not know many paths of the mountain, and his return might be dangerous, so she stretched forth her hand and snapped twigs from bushes as they passed. ਬੁੱਢੀ ਮਾਂ ਦੀਆਂ ਅੱਖਾਂ ਇੰਨੀਆਂ ਮੱਧਮ ਨਹੀਂ ਸੀ ਕਿ ਉਹਨਾਂ ਨੂੰ ਇੱਕ ਰਸਤੇ ਤੋਂ ਦੂਜੇ ਰਸਤੇ ਜਾਣ ਦੀ ਲਾਪਰਵਾਹੀ ਦੀ ਜਲਦੀ ਨਾ ਪਤਾ ਨਾ ਲੱਗ ਸਕਿਆ। ਯਾਨੀ ਉਹਨੂੰ ਪਤਾ ਲੱਗ ਰਿਹਾ ਸੀ ਵੀ ਜਿਹੜਾ ਉਹਦਾ ਬੇਟਾ ਆ ਉਹ ਨਿਰਾਸ਼ ਆ, ਉਹ ਕਦੀ ਇਸ ਰਸਤੇ ਨੂੰ ਜਾਂਦਾ, ਕਦੀ ਉਸ ਰਸਤੇ ਨੂੰ ਜਾਂਦਾ, ਅਤੇ ਉਹਦਾ ਦਿਲ ਜਿਹੜਾ ਚਿੰਤਿਤ ਹੋ ਗਿਆ ਆਪਣੇ ਬੇਟੇ ਦੇ ਲਈ। ਉਸ ਦਾ ਬੇਟਾ ਪਹਾੜ ਦੇ ਬਹੁਤ ਸਾਰੇ ਰਸਤੇ ਨਹੀਂ ਜਾਣਦਾ ਸੀ ਅਤੇ ਉਸ ਦੀ ਵਾਪਸੀ ਖਤਰਨਾਕ ਹੋ ਸਕਦੀ ਸੀ, ਕਿਉਂਕਿ ਉਸ ਦੇ ਮੁੰਡੇ ਨੂੰ ਜਿਹੜਾ ਆ ਰਾਹ ਪਤਾ ਨਹੀਂ ਸੀ। ਹੁਣ ਤਾਂ ਚੜ੍ਹਿਆ ਜਾਂਦਾ ਸੀ, ਪਰ ਆਉਣ ਲੱਗੇ ਜਿਹੜਾ ਹੋ ਸਕਦਾ ਉਹਨੂੰ ਰਾਹ ਨਾ ਲੱਭਦਾ, ਇਸ ਕਰਕੇ ਉਹਨੇ ਸੋਚਿਆ ਵੀ ਇਹ ਖਤਰਨਾਕ ਹੋ ਸਕਦਾ ਹੈ। ਇਸ ਲਈ ਉਸਨੇ ਆਪਣਾ ਹੱਥ ਅੱਗੇ ਵਧਾਇਆ ਅਤੇ ਲੰਘਦੇ ਸਮੇਂ ਝਾੜੀਆਂ ਤੋੜ ਕੇ ਸੁੱਟੀਆਂ। ਯਾਨੀ ਜਿਹੜੀਆਂ ਨਾ ਰਸਤੇ 'ਚ ਝਾੜੀਆਂ ਆ ਰਹੀਆਂ ਸੀ ਉਹਨੇ ਤੋੜ ਕੇ ਉਹਦੀਆਂ ਟਹਿਣੀਆਂ ਜਿਹੜੀਆਂ ਰਸਤੇ ਵਿੱਚ ਸਿੱਟੀ ਗਈ, ਤਾਂ ਕਿ ਜਦੋਂ ਆਉਣ ਲੱਗੇ ਉਹਦੇ ਪੁੱਤਰ ਨੂੰ ਪਤਾ ਲੱਗਦਾ ਰਹੇ ਵੀ ਇਸੇ ਰਸਤੇ 'ਤੇ ਹੀ ਉਹ ਗਿਆ ਸੀਗਾ, ਇਸੇ ਰਸਤੇ ਉਹਨੇ ਵਾਪਸ ਆਉਣਾ। She quietly dropped a handful every few steps of the way, so that as they climbed, the narrow path behind them was dotted with tiny piles of twigs. Twigs ਹੁੰਦਾ ਝਾੜੀਆਂ ਮਤਲਬ ਛੋਟੇ ਛੋਟੇ ਪੌਦੇ, ਠੀਕ ਹੈ, ਉਹਨੂੰ ਟਵਿਗਸ ਕਹਿ ਦਿੰਦੇ ਆ। ਉਹਨੂੰ ਪੌਦਿਆਂ ਦੀ ਜਿਹੜੀਆਂ ਟਾਹਣੀਆਂ ਹੁੰਦੀਆਂ ਉਹਨੂੰ ਅਸੀਂ ਟਵਿਗਸ ਕਹਿੰਦੇ। At last the summit was reached. Weary and heart-sick, the youth gently released his burden and silently prepared a place of comfort as his last duty to the loved one. ਉਸਨੇ ਚੁੱਪਚਾਪ ਰਾਹ ਵਿੱਚ ਹਰ ਕਦਮ 'ਤੇ ਥੋੜ੍ਹੀਆਂ ਝਾੜੀਆਂ ਲੱਕੜੀਆਂ ਤੋੜ ਕੇ ਮੁੱਠੀ ਭਰ ਕੇ ਢੇਰ ਸਿੱਟਦੀ ਗਈ, ਲਾਉਂਦੀ ਗਈ, ਤਾਂ ਕਿ ਜਦੋਂ ਉਹ ਚੜ੍ਹ ਜਾਣਗੇ ਤਾਂ ਉਹਨਾਂ ਦੇ ਪਿੱਛੇ ਦਾ ਤੰਗ ਰਸਤਾ ਲੱਕੜੀਆਂ ਦੇ ਛੋਟੇ ਢੇਰ ਨਾਲ ਉਸ ਰਸਤੇ ਨੂੰ ਵਾਪਸੀ ਵੇਲੇ ਪਤਾ ਲੱਗ ਜੂਗਾ ਉਸ ਦੇ ਵੇਲੇ। ਆਖੀਰ ਵਿੱਚ ਸਿਖਰ ਆ ਗਿਆ, ਯਾਨੀ ਉਹ ਪਹਾੜ ਦਾ ਸਿਖਰ ਆ ਗਿਆ ਜਿੱਥੇ ਉਹਨੂੰ ਛੱਡਣਾ ਸੀ। ਥੱਕੇ ਹੋਏ ਹਾਰਦਿਕ ਮਤਲਬ ਦਿਲ ਭਰੇ ਦਿਲ ਨਾਲ ਨੌਜਵਾਨ ਨੇ ਹੌਲੀ ਹੌਲੀ ਆਪਣਾ ਭਾਰ ਹੇਠਾਂ ਕੀਤਾ, ਯਾਨੀ ਆਪਣੀ ਮਾਂ ਨੂੰ ਹੇਠਾਂ ਲਾਇਆ। ਚੁੱਪਚਾਪ ਆਰਾਮ ਦੀ ਜਗ੍ਹਾ ਤਿਆਰ ਕੀਤੀ, ਜਿਵੇਂ ਉਸ ਦੇ ਅਜੀਜ਼ ਪ੍ਰਤੀ ਉਸ ਦਾ ਆਖਰੀ ਫਰਜ਼ ਸੀ। ਆਰਾਮ ਦੀ ਜਗ੍ਹਾ ਮਤਲਬ ਉਹਦੇ ਲਈ ਬਹਿਣ ਵਾਸਤੇ ਜਾਂ ਪੈਣ ਵਾਸਤੇ ਉਹਨੂੰ ਜਗ੍ਹਾ ਤਿਆਰ ਕਰਨੀ ਸ਼ੁਰੂ ਕਰਤੀ ਜਿੱਥੇ ਉਹਨੂੰ ਬਿਠਾਉਣਾ ਸੀ। ਗੈਦਰਿੰਗ ਫਾਲਨ ਪਾਈਨ ਨੀਡਲਸ, ਪਾਈਨ ਟਰੀ ਹੁੰਦਾ, ਉਹਦੇ ਪੱਤਿਆਂ ਨੂੰ ਪਾਈਨ ਨੀਡਲਸ ਕਹਿੰਦੇ, ਤਿੱਖੇ ਹੁੰਦੇ, ਉਸ ਕਰਕੇ ਉਹਨੂੰ ਪਾਈਨ ਨੀਡਲਸ ਕਿਹਾ ਗਿਆ। He made a soft cushion and tenderly lifted his old mother onto it. He wrapped her padded coat more closely about her stooping shoulders, and with tearful eyes and an aching heart, he bade farewell to his mother.
ਦੇਵਦਾ ਦਰਖਤ ਯਾਨੀ ਪਾਈਨ ਦਰਖਤ ਦੇ ਤਿੱਖੇ ਪੱਤਿਆਂ ਨੂੰ ਇਕੱਠਾ ਕਰਦਿਆਂ ਉਸਨੇ ਇੱਕ ਨਰਮ ਗੱਦੀ ਬਣਾਈ, ਯਾਨੀ ਪੱਤਿਆਂ ਦੀ ਗੱਦੀ ਇੱਕ ਬਣਾਤੀ, ਕਾਫੀ ਪੱਤੇ ਇਕੱਠੇ ਕਰਕੇ ਇੱਕ ਗੱਦੀ ਬਣਾਤੀ, ਆਪਣੀ ਬੁੱਢੀ ਮਾਂ ਨੂੰ ਇਸ ਉੱਤੇ ਬਿਠਾ ਦਿੱਤਾ। ਉਸਨੇ ਆਪਣਾ ਪੈਡਿਡ ਕੋਟ ਕਿਹਾ, ਯਾਨੀ ਗੱਦੇ ਨਾਲ ਭਰਿਆ ਹੋਇਆ ਕੋਟ ਜਿਹੜਾ ਸੀ ਉਸਦੇ ਕੰਧੇ 'ਤੇ ਪਾਇਆ, ਆਪਣੀ ਮਾਂ ਦੇ ਕੰਧੇ 'ਤੇ ਲਪੇਟਿਆ, ਅਤੇ ਹੰਝੂ ਭਰੀਆਂ ਅੱਖਾਂ ਅਤੇ ਦੁਖਦਾਈ ਦਿਲ ਦੇ ਨਾਲ ਉਸਨੇ ਆਪਣੀ ਮਾਂ ਨੂੰ ਅਲਵਿਦਾ ਕਿਹਾ, ਯਾਨੀ ਉੱਥੋਂ ਉਹ ਆਪਣੀ ਮਾਂ ਨੂੰ ਛੱਡ ਕੇ ਜਾਣ ਲੱਗਾ। The trembling voice of his mother was full of unselfish love as she gave her last instruction. Let not thine eye be blinded, my son, she said. The mountain road is full of dangers. Look carefully and follow the path where you see pile of twigs. Pile of twigs ਮਾਨੋ ਲੱਕੜਾਂ ਦਾ ਢੇਰ, ਝਾੜੀਆਂ ਦਾ ਢੇਰ। They will guide you to the familiar path ਫਾਦਰ ਡਾਊਨ। ਉਸਦੀ ਮਾਂ ਦੀ ਕੰਬ ਰਹੀ ਆਵਾਜ਼ ਨਿਰਸਵਾਰਥ ਪਿਆਰ ਨਾਲ ਭਰੀ ਹੋਈ ਸੀ। ਉਸ ਨੇ ਉਸ ਨੂੰ ਆਖਰੀ ਨਿਰਦੇਸ਼ ਦਿੱਤੇ, ਮੇਰੇ ਪੁੱਤ ਤੇਰੀਆਂ ਅੱਖਾਂ ਅੰਨੀਆਂ ਨਾ ਹੋਣੀਆਂ, ਨਹੀਂ ਤੈਨੂੰ ਦਿਖਣੋਂ ਨਾ, ਯਾਨੀ ਤੈਨੂੰ ਰਸਤਾ ਜਿਹੜਾ ਆ ਉਹ ਤੈਨੂੰ ਪਤਾ ਨਹੀਂ ਲੱਗਣਾ। ਉਹਦੇ ਕਹਿਣ ਦਾ ਮਤਲਬ ਇਹ ਸੀ। ਉਸ ਨੇ ਕਿਹਾ ਪਹਾੜੀ ਸੜਕ ਖਤਰੇ ਨਾਲ ਭਰੀ ਹੋਈ ਹੈ, ਧਿਆਨ ਨਾਲ ਦੇਖੋ, ਉਸ ਰਸਤੇ ਦੀ ਪਾਲਣਾ ਕਰੋ ਜਿੱਥੇ ਤੁਸੀਂ ਟਹਿਣੀਆਂ ਦੇ ਢੇਰ ਵੇਖਦੇ ਜਾਓ, ਯਾਨੀ ਉੱਧਰ ਨੂੰ ਜਾਓ ਜਿੱਥੇ ਤੁਹਾਨੂੰ ਟਾਹਣੀਆਂ ਦੇ ਢੇਰ ਦਿਖਣਗੇ, ਕਿਉਂਕਿ ਉਹ ਕਹਿੰਦੀ ਮੈਂ ਟਾਹਣੀਆਂ ਥੋੜ੍ਹੀਆਂ ਤੋੜ ਕੇ ਇਕੱਠੀਆਂ ਕਰਕੇ ਰਸਤੇ 'ਚ ਆਉਂਦੀ ਹੋਈ ਢੇਰ ਲਾਉਂਦੀ ਆਈ ਹਾਂ ਤਾਂ ਕਿ ਤੈਨੂੰ ਵਾਪਸ ਜਾਣ ਵਿੱਚ ਮੁਸ਼ਕਲ ਨਾ ਆਵੇ। ਉਹ ਤੁਹਾਨੂੰ ਦੂਰੋਂ ਜਾਣੂ ਰਸਤੇ ਵੱਲ ਸੇਧ ਦੇਣਗੇ, ਯਾਨੀ ਤੁਹਾਨੂੰ ਘਰ ਜਾਣ ਵਾਸਤੇ ਜਿਹੜਾ ਰਸਤਾ ਆ ਉੱਥੇ ਜਾਣ ਲਈ ਰਸਤਾ ਦਿਖਾਉਣਗੇ। The son's surprised eye looked back over the path, then at the poor old shriveled hand। shriveled word use ਹੁੰਦਾ ਆ ਜਿਵੇਂ ਬਜ਼ੁਰਗ ਔਰਤਾਂ ਦੇ ਜਾਂ ਬਜ਼ੁਰਗ ਵਿਅਕਤੀਆਂ ਦੇ ਹੱਥ ਜਿਹੜੇ ਆ ਸਿੱਕੜ ਜਾਂਦੇ, ਇਕੱਠੇ ਹੋ ਜਾਂਦੇ ਆ ਨਾ। ਨੌਜਵਾਨਾਂ ਦੇ ਹੱਥ ਹੋਰ ਤਰ੍ਹਾਂ ਹੁੰਦੇ, ਬਜ਼ੁਰਗਾਂ ਦੇ ਹੋਰ ਤਰ੍ਹਾਂ ਹੁੰਦੇ, ਉਹਦੇ ਲਈ ਸ਼੍ਰੀਵਲ ਵਰਡ ਯੂਜ਼ ਕੀਤਾ। all scratched and soiled by her work of love। His heart broke within, and bowing to the ground, he cried aloud, O honourable mother, your kindness breaks my heart. I will not leave you. Together we will follow the path of twigs, and together we will die। ਬੇਟੇ ਦੀਆਂ ਹੈਰਾਨ ਹੋਈਆਂ ਅੱਖਾਂ ਨੇ ਪਿੱਛੇ ਮੁੜ ਕੇ ਦੇਖਿਆ, ਫਿਰ ਇਕੱਠੇ ਹੋਏ ਬਜ਼ੁਰਗ ਹੱਥਾਂ 'ਤੇ, ਯਾਨੀ ਸਿੱਕੜੇ ਹੋਏ ਹੱਥਾਂ 'ਤੇ ਸਾਰੇ ਉਸਦੇ ਪਿਆਰ ਦੇ ਕੰਮ ਦੁਆਰਾ ਝਰੀਟਾਂ ਨਾਲ ਭਰ ਗਏ ਹੋਏ ਸੀ, ਯਾਨੀ ਇੰਨਾ ਚਿਰ ਉਹਨੇ ਕੰਮ ਕੀਤੇ ਤੇ ਦੇਖਣ 'ਚ ਗੰਦੇ ਲੱਗ ਰਹੇ ਸੀ, ਝਰੀਟਾਂ ਪਈਆਂ ਹੋਈਆਂ ਸੀ, ਇਕੱਠੇ ਹੋਏ ਪਏ ਸੀ ਉਹਦੀ ਮਾਂ ਦੇ ਹੱਥ, ਵੀ ਉਹਦੇ ਲਈ ਉਹਨੇ ਇੰਨਾ ਕੰਮ ਕੀਤਾ ਸੀ। ਇਹਦੇ ਕਹਿਣ ਦਾ ਮਤਲਬ ਆ ਉਹਨੇ ਦੇਖਿਆ, ਉਸ ਦਾ ਦਿਲ ਅੰਦਰੋਂ ਟੁੱਟ ਗਿਆ। ਉਹ ਜ਼ਮੀਨ ਵੱਲ ਹੇਠਾਂ ਝੁਕਿਆ, ਉਸਨੇ ਉੱਚੀ ਆਵਾਜ਼ ਵਿੱਚ ਕਿਹਾ, ਉਹ ਸਤਿਕਾਰਯੋਗ ਮਾਂ, ਤੇਰੀ ਮਿਹਰ ਨਾਲ ਮੇਰਾ ਦਿਲ ਟੁੱਟ ਜਾਂਦਾ ਹੈ। ਜਦੋਂ ਤੁਸੀਂ ਮਤਲਬ ਕਿ ਇੰਨਾ ਦਿਆਲੂ ਭਾਵ ਦਿਖਾਉਂਦੀ ਆ ਤਾਂ ਮੇਰਾ ਦਿਲ ਜਿਹੜਾ ਦੁਖੀ ਹੋ ਜਾਂਦਾ ਆ। ਮੈਂ ਤੈਨੂੰ ਨਹੀਂ ਛੱਡਾਂਗਾ, ਮਿਲ ਕੇ ਅਸੀਂ ਟਾਹਣੀਆਂ ਦੇ ਮਾਰਗ 'ਤੇ ਚੱਲਾਂਗੇ, ਯਾਨੀ ਜਿੱਥੇ ਤੂੰ ਟਾਹਣੀਆਂ ਰੱਖੀਆਂ ਆਪਾਂ ਉਸੇ ਰਸਤੇ ਦੁਬਾਰਾ ਚੱਲਾਂਗੇ, ਅਤੇ ਜੇਕਰ ਸਾਨੂੰ ਮਰਨਾ ਪਿਆ ਤਾਂ ਆਪਾਂ ਮਿਲ ਕੇ ਹੀ ਮਰਾਂਗੇ, ਇਕੱਠੇ ਹੀ ਮਰਾਂਗੇ। ਕਹਿਣ ਦਾ ਮਤਲਬ ਇਹ ਸੀ। Once more he shouldered his mother and hastened down the path to their little hut in the valley. Beneath their kitchen floor was a walled closet for food, which was covered and hidden from view. There the son hid his mother, and supplying her with everything she needed, continually watching and fearing she would be discovered। ਇੱਕ ਵਾਰ ਫਿਰ ਉਸਨੇ ਆਪਣੀ ਮਾਂ ਨੂੰ ਮੋਢੇ 'ਤੇ ਚੁੱਕਿਆ, ਜਲਦੀ ਨਾ ਘਾਟੀ ਵਿੱਚ ਉਹਨਾਂ ਦੀ ਛੋਟੀ ਜਿਹੀ ਝੌਂਪੜੀ ਵੱਲ ਵਧਿਆ, ਯਾਨੀ ਵਾਪਸ ਉਹ ਘਰ ਨੂੰ ਚੱਲ ਪਏ। ਉਹਨਾਂ ਦੀ ਰਸੋਈ ਦੇ ਫਰਸ਼ ਦੇ ਹੇਠਾਂ ਭੋਜਨ ਲਈ ਇੱਕ ਵੱਖਰਾ ਕਮਰਾ ਸੀ ਜੋ ਢੱਕਿਆ ਹੋਇਆ ਸੀ, ਯਾਨੀ ਲੁਕਿਆ ਹੋਇਆ ਸੀ। ਰਸੋਈ ਦੇ ਵਿੱਚ ਇੱਕ ਕਮਰਾ ਹੋਰ ਸੀਗਾ ਜਿਹੜਾ ਫਰਸ਼ ਦੇ ਹੇਠਾਂ ਸੀ, ਜਿੱਥੇ ਉਹ ਖਾਣ ਪੀਣ ਦਾ ਸਮਾਨ ਰੱਖਦੇ ਸੀਗਾ। ਉੱਥੇ ਬੇਟੇ ਨੇ ਮਾਂ ਨੂੰ ਲੁਕਾਇਆ।
ਉਹਨੇ ਆਪਣੀ ਮਾਂ ਨੂੰ ਉੱਥੇ ਜਗ੍ਹਾ 'ਤੇ ਲੁਕਾ ਦਿੱਤਾ। ਉਸ ਦੀ ਹਰ ਚੀਜ਼ ਦੀ ਪੂਰਤੀ ਕੀਤੀ ਜਿਸ ਦੀ ਉਸ ਨੂੰ ਜ਼ਰੂਰਤ ਸੀ, ਉੱਥੇ ਸਾਰਾ ਸਮਾਨ ਉਹਨੂੰ ਦਿੱਤਾ ਜਾਂਦਾ ਸੀ। ਉਹਦੀ ਮਾਂ ਨੂੰ ਨਿਰੰਤਰ ਵੇਖਦੇ ਹੋਏ ਅਤੇ ਡਰਦੇ ਹੋਏ ਕਿ ਉਸ ਨੂੰ ਲੱਭ ਲਿਆ ਜਾਏਗਾ। ਉਹਨੂੰ ਡਰ ਸੀਗਾ ਵੀ ਕਿਸੇ ਨਾ ਕਿਸੇ ਦਿਨ ਜਿਹੜੇ ਰਾਜੇ ਦੇ ਸਿਪਾਹੀ ਆ ਜਾਂ ਲੋਕ ਆ, ਉਹਨਾਂ ਨੇ ਲੱਭ ਲੈਣਾ ਵੀ ਇਹਨੇ ਆਪਣੀ ਮਾਂ ਨੂੰ ਮਾਰਿਆ ਨਹੀਂ, ਇਹਨੇ ਲੁਕਾ ਕੇ ਰੱਖਿਆ ਆ। ਉਹਨੂੰ ਡਰ ਸੀਗਾ। Time passed and he was beginning to feel safe when again the governor sent forth messengers bearing an unreasonable order, seemingly as a boost of his power. His demand was that his subjects should be present him with a rope of ash. Ash ਹੁੰਦਾ ਸਵਾਹ, rope ਹੁੰਦਾ ਰੱਸੀ। ਸਮਾਂ ਬੀਤਦਾ ਗਿਆ ਅਤੇ ਉਹ ਸੁਰੱਖਿਅਤ ਮਹਿਸੂਸ ਕਰਨ ਲੱਗ ਰਿਹਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ। ਜਦੋਂ ਰਾਜਪਾਲ ਨੇ ਇੱਕ ਵਾਰ ਫਿਰ ਗੈਰ ਵਾਜਬ ਹੁਕਮ ਨਾਲ ਸੰਦੇਸ਼ਵਾਹਕਾਂ ਨੂੰ ਭੇਜਿਆ, ਜਾਪਦਾ ਹੈ ਕਿ ਇਹ ਉਸ ਨੂੰ ਯਾਨੀ ਉਸ ਰਾਜਪਾਲ ਨੂੰ ਆਪਣੀ ਸ਼ਕਤੀ 'ਤੇ ਬਹੁਤ ਮਾਣ ਸੀ, ਲੋਕਾਂ ਨਾਲ ਧੱਕਾ ਕਰਦਾ ਸੀ। ਉਸ ਦੀ ਮੰਗ ਸੀ ਕਿ ਉਸ ਦੀ ਪਰਜਾ ਉਸ ਨੂੰ ਸਵਾਹ ਦੀ ਰੱਸੀ ਬਣਾ ਕੇ ਪੇਸ਼ ਕਰੇ। ਹੁਣ ਉਹਨੇ ਅਗਲਾ ਹੁਕਮ ਦਿੱਤਾ ਵੀ ਉਹਦੇ ਪਰਜਾ ਦੇ, ਉਹਦੇ ਲੋਕ ਜਿਹੜੇ ਆ ਰਾਜ ਦੇ, ਉਹਨੂੰ ਸਵਾਹ ਦੀ ਰੱਸੀ ਬਣਾ ਕੇ ਦੇਣ। The entire province of Shining trembled with fear. The order had to be obeyed, but how could anyone make a rope of ash? One night, in great distress ਹੁੰਦਾ ਨਿਰਾਸ਼ਾ, ਪਰੇਸ਼ਾਨੀ, the son whispered the news to the hidden mother. Wait, she said, let me think. On the second day, she told him what to do. ਪੂਰਾ ਸ਼ਾਈਨਿੰਗ ਪ੍ਰਾਂਤ ਡਰ ਨਾਲ ਕੰਬ ਗਿਆ ਵੀ ਹੁਣ ਬੜਾ ਔਖਾ ਕੰਮ ਹੈ, ਸਵਾਹ ਦੀ ਰੱਸੀ ਅਸੀਂ ਕਿਵੇਂ ਬਣਾਵਾਂਗੇ। ਹੁਕਮ ਮੰਨਣਾ ਪਿਆ ਅਤੇ ਮੰਨਣਾ ਹੀ ਪੈਣਾ ਸੀ ਸਾਰਿਆਂ ਨੂੰ, ਪਰ ਕੋਈ ਵੀ ਸਵਾਹ ਦੀ ਰੱਸੀ ਕਿਵੇਂ ਬਣਾ ਸਕਦਾ ਹੈ। ਪਰ ਇਹ ਵੀ ਇੱਕ ਪ੍ਰਸ਼ਨ ਸੀ ਵੀ ਸਵਾਹ ਤੋਂ ਰੱਸੀ ਕਿਵੇਂ ਬਣ ਸਕਦੀ। ਇੱਕ ਰਾਤ ਬਹੁਤ ਪਰੇਸ਼ਾਨੀ ਵਿੱਚ ਪੁੱਤਰ ਨੇ ਆਪਣੀ ਲੁਕੀ ਹੋਈ ਮਾਂ ਨੂੰ ਖਬਰ ਸੁਣਾਈ, ਯਾਨੀ ਆਪਣੀ ਮਾਂ ਨੂੰ ਵੀ ਦੱਸਤਾ ਉਹਨੇ ਵੀ ਇੱਦਾਂ ਗੱਲ ਆ। ਫਿਰ ਉਹਨੇ ਕੀ ਕਿਹਾ, ਉਹਦੀ ਮਾਂ ਨੇ, ਇੰਤਜ਼ਾਰ ਕਰੋ, ਮੈਨੂੰ ਸੋਚਣ ਦਿਓ। ਦੂਜੇ ਦਿਨ ਉਸਨੇ ਉਸ ਨੂੰ ਕੁਛ ਕਰਨ ਨੂੰ ਕਿਹਾ। ਫਿਰ ਉਹਨੇ ਸਲਾਹ ਦੇ ਦਿੱਤੀ ਵੀ ਇੱਦਾਂ ਕਰੋ। ਠੀਕ ਹੈ, ਉਹਦੀ ਮਾਂ ਨੇ ਕੀ ਕਿਹਾ ਉਹ ਵੀ ਦੇਖਦੇ ਹਾਂ। ਮੇਕ ਏ ਰੋਪ ਆਫ ਟਵਿਸਟਡ ਸਟਰਾ ਕਹਿੰਦੇ ਆਪਾਂ ਤੂੜੀ ਨੂੰ, ਪਰਾਲੀ ਨੂੰ। She said, then stretch it upon a row of a flat stone and burn it on a windless night. He called the people together and did as she had said. When the blaze died down, blaze ਕਹਿ ਸਕਦੇ ਅੱਗ ਨੂੰ, ਯਾਨੀ ਅੱਗ ਜਦੋਂ ਬੁਝ ਗਈ ਇਹਦਾ ਮਤਲਬ ਹੈ। Thereupon the stones with every twist and fiber showing perfectly lay a rope of ash. ਬੰਨੀ ਤੂੜੀ ਦੀ ਇੱਕ ਰੱਸੀ ਬਣਾਓ, ਯਾਨੀ ਤੂੜੀ ਜਿਵੇਂ ਆਪਾਂ ਜਿਹੜੀਆਂ ਭਰੀਆਂ ਕਣਕ ਦੀਆਂ ਜਾਂ ਉਹਨੂੰ ਆਪਾਂ ਬੰਨ੍ਹਦੇ ਨਾ, ਜਦੋਂ ਆਪਾਂ ਪਰਾਲੀ ਦੀਆਂ ਜਿਹੜੀਆਂ ਰੱਸੀਆਂ ਜਿਹੀਆਂ ਬਣਾ ਲੈਂਦੇ ਹਾਂ, ਯਾਨੀ ਉਹਨੇ ਕਿਹਾ ਪਰਾਲੀ ਦੀ ਰੱਸੀ ਬਣਾਓ ਅਤੇ ਉਹਨੂੰ ਵੱਟ ਚੜਾਓ। ਫਿਰ ਇਸ ਨੂੰ ਸਿੱਧੇ ਪਏ ਹੋਏ ਪੱਥਰਾਂ ਦੀ ਕਤਾਰ 'ਤੇ ਖਿੱਚੋ, ਯਾਨੀ ਪੱਥਰ ਥੱਲੇ ਰੱਖ ਕੇ ਨਾ ਉਹਦੇ ਉੱਤੇ ਜਿਹੜੇ ਸਿੱਧੇ ਪੱਥਰ ਹੋਣ ਉਹਦੇ ਉੱਤੇ ਇਹਨੂੰ ਵਿਛਾ ਦਿਓ। ਜਿਸ ਦਿਨ ਹਵਾ ਨਾ ਚੱਲਦੀ ਹੋਵੇ ਇਸ ਨੂੰ ਸਾੜ ਦਿਓ, ਅਤੇ ਜਿਸ ਦਿਨ ਹਵਾ ਨਾ ਚੱਲਦੀ ਹੋਊ ਇਹ ਪੂਰੀ ਰੱਸੀ ਨੂੰ ਉੱਦਾਂ ਹੀ ਸਾੜ ਦਿਓ। ਉਸਨੇ ਲੋਕਾਂ ਨੂੰ ਇਕੱਠਿਆ ਕੀਤਾ ਅਤੇ ਉਵੇਂ ਹੀ ਕੀਤਾ ਜਿਵੇਂ ਉਸ ਦੀ ਮਾਂ ਨੇ ਕਿਹਾ ਸੀ। ਜਦੋਂ ਅੱਗ ਬੰਦ ਹੋ ਗਈ, ਪੱਥਰਾਂ 'ਤੇ ਮੁੜੀ ਹੋਈ ਸਵਾਹ ਦੀ ਰੱਸੀ ਪਈ ਸੀ, ਕਿਉਂਕਿ ਉਹ ਜਿਹੜੀ ਪਰਾਲੀ ਦੀ ਰੱਸੀ ਬਣੀ ਸੀ ਉਹਨੂੰ ਅੱਗ ਲਾਤੀ ਅਤੇ ਉਹ ਉੱਦਾਂ ਹੀ ਜਿਵੇਂ ਵੱਟ ਉਹਦੇ 'ਤੇ ਪਏ ਸੀਗੇ ਉੱਦਾਂ ਦੇ ਉੱਦਾਂ ਹੀ ਉਹ ਦਿਖ ਰਹੇ ਸੀਗੇ। ਉਹ ਇੱਦਾਂ ਲੱਗ ਰਿਹਾ ਸੀ ਜਿਵੇਂ ਸਵਾਹ ਦੀ ਰੱਸੀ ਹੋਵੇ। The governor was pleased at the wit of the youth and praised greatly, but he demanded to know where he had obtained his wisdom from. Wisdom ਹੁੰਦਾ ਸਿਆਣਪ। Alas, cried the farmer, ਕਿਸਾਨ, the truth must be told, and with deep bows he narrated his story. ਰਾਜਪਾਲ ਨੌਜਵਾਨ ਦੀ ਸਮਝ 'ਤੇ ਖੁਸ਼ ਹੋਇਆ ਵੀ ਕਿੰਨਾ ਸਿਆਣਾ ਬੰਦਾ ਹੈ ਵੀ ਇਹਨੇ ਸਵਾਹ ਦੀ ਰੱਸੀ ਬਣਾ ਦਿੱਤੀ ਹੈ।
ਤੇ ਬਹੁਤ ਉਹਦੀ ਪ੍ਰਸ਼ੰਸਾ ਕੀਤੀ, ਪਰ ਉਸਨੇ ਇਹ ਜਾਣਨ ਦੀ ਮੰਗ ਕੀਤੀ ਕਿ ਉਸਨੇ ਆਪਣੀ ਸਿਆਣਪ ਕਿੱਥੋਂ ਪ੍ਰਾਪਤ ਕੀਤੀ ਹੈ, ਉਹਨੂੰ ਕਿਵੇਂ ਪਤਾ ਲੱਗਾ ਵੀ ਇੱਦਾਂ ਹੋ ਸਕਦਾ। ਹਾਏ ਹਾਏ ਕਿਸਾਨ ਚੀਕਿਆ, ਜਿਹੜੇ ਦੇ ਮਨ 'ਚ ਹੁਣ ਆ ਗਿਆ ਵੀ ਹੁਣ ਮੈਂ ਫਸ ਗਿਆ, ਸੱਚ ਦੱਸ ਦੇਣਾ ਚਾਹੀਦਾ ਹੈ। ਉਹਨੂੰ ਆਇਆ ਵੀ ਚਲੋ ਮੈਨੂੰ ਸੱਚ ਦੱਸਣਾ ਹੀ ਪੈਣਾ ਹੁਣ, ਅਤੇ ਨੀਵੇਂ ਸਿਰ ਦੇ ਨਾਲ ਯਾਨੀ ਸਿਰ ਝੁਕਾ ਕੇ ਉਸਨੇ ਆਪਣੀ ਸਾਰੀ ਕਹਾਣੀ ਦੱਸਤੀ ਵੀ ਇੱਦਾਂ ਮੈਂ ਆਪਣੀ ਮਾਂ ਨੂੰ ਲੁਕਾਇਆ ਹੋਇਆ ਆ, ਜਦੋਂ ਤੁਸੀਂ ਹੁਕਮ ਦਿੱਤਾ ਹੈ ਵੀ ਮਾਰ ਦਿਓ ਸਾਰੇ ਬਜ਼ੁਰਗਾਂ ਨੂੰ, ਮੈਂ ਮਾਰਿਆ ਨਹੀਂ, ਅਤੇ ਇਹ ਜਿਹੜੀ ਆ ਸਕੀਮ ਮੈਨੂੰ ਉਹਨੇ ਹੀ ਦਿੱਤੀ ਹੈ। The governor listened and then meditated in silence. Silence ਹੁੰਦਾ ਚੁੱਪ. Finally, he lifted his head. Shining needs more than the strength of youth, he said gravely. Ah, how could I have forgotten the well-known saying, with the crown of snow there cometh wisdom. That very hour, the cruel law was abolished as he realized that old age meant experience of life and not frailty. Frailty ਹੁੰਦਾ ਕਮਜ਼ੋਰੀ। ਰਾਜਪਾਲ ਨੇ ਸਾਰੀ ਗੱਲ ਸੁਣੀ ਤੇ ਚੁੱਪ ਕਰ ਗਿਆ। ਆਖਰਕਾਰ ਉਸਨੇ ਆਪਣਾ ਸਿਰ ਉੱਚਾ ਕੀਤਾ, ਸੋਚ ਸਮਝ ਕੇ ਉਹਨੇ ਫਿਰ ਸਿਰ ਚੁੱਕਿਆ। ਚਮਕਣ ਲਈ ਜਵਾਨੀ ਦੀ ਤਾਕਤ ਨਾਲੋਂ ਵਧੇਰੇ ਜ਼ਰੂਰਤ ਹੈ, ਯਾਨੀ ਚਮਕਣ ਲਈ ਯਾਨੀ ਕੁਛ ਕੰਮ ਕਰਨ ਦੇ ਲਈ ਜਵਾਨੀ ਦੇ ਨਾਲ ਨਾਲ ਕਹਿੰਦਾ ਜਿਹੜਾ ਅਨੁਭਵ ਆ ਜਾਂ ਐਕਸਪੀਰੀਅੰਸ ਹੈ ਉਹਦੀ ਵੀ ਲੋੜ ਆ। ਉਸਨੇ ਗੰਭੀਰਤਾ ਨਾਲ ਕਿਹਾ, ਆ ਮੈਂ ਉਸ ਮਸ਼ਹੂਰ ਕਹਾਵਤ ਨੂੰ ਕਿਵੇਂ ਭੁੱਲ ਸਕਦਾ ਹਾਂ। ਕਿਹੜੀ ਕਹਾਵਤ ਸੀ? ਬਰਫ਼ ਦੇ ਤਾਜ ਨਾਲ ਸਿਆਣਪ ਆਉਂਦੀ ਹੈ। ਬਰਫ਼ ਦੇ ਤਾਜ ਨਾਲ ਸਿਆਣਪ ਆਉਂਦੀ ਆ, ਭਾਵ ਇਹ ਆ ਵੀ ਗਿਆਨ ਉਮਰ ਦੇ ਨਾਲ ਨਾਲ ਹੀ ਆਉਂਦਾ ਹੈ। ਅਸਲੀ ਗਿਆਨ ਜਿਹੜਾ ਆ ਉਹ ਸਾਨੂੰ ਕੰਮ ਕਰਦਿਆਂ ਸਿੱਖਦਿਆਂ ਫਿਰ ਹੀ ਆਉਂਦਾ ਹੈ, ਜਾਂ ਸਾਡੀ ਜਦੋਂ ਉਮਰ ਜ਼ਿਆਦਾ ਹੋ ਜਾਂਦੀ ਤਾਂ ਸਾਨੂੰ ਆਪਣੇ ਜ਼ਿੰਦਗੀ ਦੇ ਸਾਰੇ ਐਕਸਪੀਰੀਅੰਸ ਆ ਜਾਂਦੇ ਆ। ਉਸੇ ਘੜੀ ਜ਼ਾਲਮ ਕਾਨੂੰਨ ਨੂੰ ਖਤਮ ਕਰ ਦਿੱਤਾ ਗਿਆ, ਯਾਨੀ ਉਸ ਕਾਨੂੰਨ ਨੂੰ ਖਤਮ ਕਰ ਦਿੱਤਾ ਗਿਆ ਵੀ ਬੁੱਢਿਆਂ ਨੂੰ ਮਾਰ ਦਿੱਤਾ ਜਾਵੇਗਾ, ਕਿਉਂਕਿ ਉਸ ਨੂੰ ਹੁਣ ਅਹਿਸਾਸ ਹੋ ਗਿਆ ਸੀ ਕਿ ਬੁਢਾਪੇ ਦਾ ਅਰਥ ਜ਼ਿੰਦਗੀ ਦਾ ਤਜਰਬਾ ਹੈ, ਨਾ ਕਿ ਕਮਜ਼ੋਰੀ। ਯਾਨੀ ਉਹਦੇ ਕਹਿਣ ਦਾ ਮਤਲਬ ਆ ਵੀ ਬੁਢਾਪਾ ਜਿਹੜਾ ਆ ਉਹ ਕਮਜ਼ੋਰੀ ਨਹੀਂ ਹੈਗੀ, ਸਗੋਂ ਜ਼ਿੰਦਗੀ ਦਾ ਤਜਰਬਾ ਆ, ਅਤੇ ਜ਼ਿੰਦਗੀ ਦੇ ਵਿੱਚ ਸਾਨੂੰ ਉਹਨਾਂ ਦੀ ਬਹੁਤ ਲੋੜ ਰਹਿੰਦੀ ਹੈ। ਬਹੁਤ ਸਾਰੇ ਐਸੇ ਕੰਮ ਹੁੰਦੇ ਜਿਹੜੇ ਉਹਨਾਂ ਤੋਂ ਬਿਨਾਂ ਨਹੀਂ ਹੋ ਸਕਦੇ। ਸੋ ਇਸ ਤਰ੍ਹਾਂ ਬੱਚਿਓ ਸਟੋਰੀ ਸੀ ਦਾ ਏਜਡ ਮਦਰ, ਕਿਵੇਂ ਇੱਕ ਕਿਸਾਨ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀਗਾ ਅਤੇ ਉਹਨੇ ਉਹਨੂੰ ਕਿਸ ਤਰ੍ਹਾਂ ਬਚਾਇਆ, ਅਤੇ ਉਹਦੀ ਮਾਂ ਨੇ ਕਿਵੇਂ ਉਹਨੂੰ ਦੱਸਿਆ ਵੀ ਸਵਾਦ ਦੀ ਰੱਸੀ ਕਿਵੇਂ ਬਣਾਈ ਜਾ ਸਕਦੀ ਆ। ਤਾਂ ਇਸ ਤਰ੍ਹਾਂ ਕਰਕੇ ਜਿਹੜਾ ਆ ਫਿਰ ਰਾਜਪਾਲ ਨੇ ਕਾਨੂੰਨ ਵੀ ਵਾਪਸ ਲੈ ਲਿਆ। ਥੈਂਕਸ।